ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਿੱਧੀ ਗੱਲ ਪ੍ਰੋਫੈਸਰ ਮਨਜੀਤ ਸਿੰਘ ਜੀ ਦੇ ਨਾਲ ਤੇ ਮੈਂ ਹਾਂ ਤੁਹਾਡਾ ਰਮਨ ਬਾਜਵਾ। ਦਰਸ਼ਕੋ, ਅੱਜ ਅਸੀਂ ਕਈ ਅਹਿਮ ਮਸਲਿਆਂ ਤੇ ਪ੍ਰੋਫੈਸਰ ਸਾਹਿਬ ਨਾਲ ਗੱਲਬਾਤ ਕਰਾਂਗੇ ਤੇ ਗੱਲਬਾਤ ਤੋਂ ਪਹਿਲਾਂ ਉਹਨਾਂ ਦਾ ਨਿੱਘਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ, ਬਹੁਤ ਬਹੁਤ ਸਵਾਗਤ ਹੈ। बहुत बहुत धन्यवाद रोमन जी। जी प्रोफैसर साहब, ਅੱਜ ਦੇਸ਼ ਆਪਣਾ 72ਵਾਂ ਗਣਤੰਤਰ ਦਿਵਸ ਮਨਾ ਰਿਹਾ। ਦੂਜੇ ਪਾਸੇ ਕਿਸਾਨ ਟਰੈਕਟਰ ਮਾਰਚ ਕਰ ਰਿਹਾ, ਜਿਸ ਵਿੱਚ ਦੇਸ਼ ਦੇ ਮੌਜੂਦਾ ਹਾਲਾਤਾਂ ਨੂੰ ਬਿਆਨ ਕਰਦੀਆਂ ਝਾਕੀਆਂ ਕੱਢੀਆਂ ਜਾਣੀਆਂ ਨੇ। ਤੇ ਦੇਸ਼ ਦੇ ਮੌਜੂਦਾ ਹਾਲਾਤਾਂ ਨੂੰ ਅੱਜ ਦੇ ਦਿਨ ਤੇ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਜਦੋਂ ਦੀ ਇੱਕ 11ਵੀਂ ਮੀਟਿੰਗ ਦੇ ਵਿੱਚ ਗੱਲਬਾਤ ਟੁੱਟੀ ਆ, ਉਦੋਂ ਬਾਅਦ ਇੱਕੋ ਹੀ ਵੱਡਾ ਪ੍ਰੋਗਰਾਮ ਰਹਿ ਗਿਆ ਸੀਗਾ। ਉਹ ਸੀਗਾ ਕਿ 26 ਜਨਵਰੀ ਇੱਕ ਯੂਨੀਕ ਫਿਨੋਮੀਨਾ ਹੈ ਕਿ ਜਿਹਦੇ ਵਿੱਚ ਗਣਤੰਤਰ ਦਿਵਸ ਦੇ ਉੱਤੇ ਜਿਹੜੇ ਕਿਸਾਨ ਆ ਉਹ ਆਪਣੇ ਤੌਰ ਤੇ ਆਪਣੀ ਟਰੈਕਟਰ ਪਰੇਡ ਕੱਢ ਰਹੇ ਆ। ਇਹ ਪਹਿਲੀ ਵਾਰੀ ਨਹੀਂ ਹੈ। ਕੱਲ ਮੈਂ ਕੁਝ ਚੈਨਲਾਂ ਤੇ ਦੇਖ ਰਿਹਾ ਸੀਗਾ ਕਿ ਸ਼ੁਰੂ ਵਿੱਚ ਵੀ ਸਨ 52 ਵਿੱਚ, ਜੇ ਮੈਂ ਠੀਕ ਹੋਵਾਂ ਤਾਂ ਇੱਕ ਵਾਰੀ ਟਰੈਕਟਰ ਪਰੇਡ ਇਹੋ ਜਿਹੀ ਦੇਖਣ ਨੂੰ ਮਿਲੀ। ਟਰੈਕਟਰਾਂ ਦੇ ਉੱਤੇ ਗਣਤੰਤਰ ਦਿਵਸ ਮਨਾਇਆ ਗਿਆ। ਇੱਕ ਉਸੇ ਰਵਾਇਤ ਨੂੰ ਰਿਵਾਈਵ ਕਰਨ ਲਈ ਕਿ ਜਿਵੇਂ ਜਦੋਂ ਆਜ਼ਾਦੀ ਤੋਂ ਬਾਅਦ ਅਸੀਂ ਜਿਸ ਕਿਸਮ ਨਾਲ ਕਿਸਾਨਾਂ ਨੂੰ ਸੈਂਟਰ ਦੇ ਵਿੱਚ ਰੱਖ ਕੇ ਗੱਲਬਾਤ ਕਰਦੇ ਸੀਗੇ ਜਾਂ ਦੇਸ਼ ਦੀ ਕੋਈ ਵੀ ਆਜ਼ਾਦੀ ਦੇ ਜਸ਼ਨ ਮਨਾਉਂਦੇ ਸੀ, ਉਹ ਕਿਸਾਨ ਹੁਣ ਇੱਕ ਵਾਰੀ ਫਿਰ ਸੈਂਟਰ ਦੇ ਵਿੱਚ ਆਏ ਆ। ਵਿੱਚੋਂ ਹੀ ਬਾਅਦ ਵਿੱਚ ਦੇਖਿਆ ਜਾਏ ਜੇ ਅੱਜ ਤੁਸੀਂ ਗਣਤੰਤਰ ਦਿਵਸ ਦੀ ਪਰੇਡ ਦੇਖੋ ਤਾਂ ਤੁਹਾਨੂੰ ਸਾਫ਼ ਦੇਖਣ ਨੂੰ ਮਿਲਦਾ ਕਿ ਉੱਥੇ ਹਥਿਆਰ, ਫੌਜ, ਹੋਰ ਡਿਫੈਂਸ, ਹਵਾਈ ਜਹਾਜ਼, ਟੈਂਕ, ਇਹ ਸਾਰਾ ਕੁਝ ਨਜ਼ਰ ਆ ਜਾਊਗਾ। ਪਰ ਆਮ ਲੋਕ ਉਸ ਪਰੇਡ ਦੇ ਵਿੱਚ ਘੱਟ ਨਜ਼ਰ ਆਉਂਦੇ। ਝਾਕੀਆਂ 'ਚ ਥੋੜਾ ਕਲਚਰਲ ਪੈਚਅਪ ਜ਼ਰੂਰ ਕੀਤਾ ਜਾਂਦਾ। ਤੇ ਇਸ ਕਿਸਮ ਦਾ ਪ੍ਰੋਟੈਸਟ ਕਮ ਸੈਲੀਬ੍ਰੇਸ਼ਨ ਜਿਹੜੀ ਹੈ, ਦੋਵੇਂ ਹੀ ਇਹ ਪ੍ਰੋਟੈਸਟ ਵੀ ਹੈ, ਇੱਕ ਅੰਦੋਲਨ ਵੀ ਹੈਗਾ, ਪਰ ਸੈਲੀਬ੍ਰੇਸ਼ਨ ਵੀ ਹੈ ਕਿ ਅਸੀਂ ਆਜ਼ਾਦ ਹਾਂ ਆਪਣੇ ਤੌਰ ਤੇ। ਅਸਲ ਮਾਨਿਆਂ 'ਚ ਕਿਸਾਨ ਉਹਨਾਂ ਕਾਨੂੰਨਾਂ ਤੋਂ, ਉਹਨਾਂ ਜਿਹੜੇ ਉਹਨਾਂ ਤੇ ਦਬਾਅ ਹੈਗੇ ਆ, ਉਹਨਾਂ ਦੇ ਉੱਤੇ ਹਰ ਕਿਸਮ ਦੀ ਮੰਡੀ ਦੇ ਵਿੱਚ ਲੁੱਟ ਹੁੰਦੀ ਆ, ਉਹਦੇ ਤੋਂ ਆਜ਼ਾਦੀ ਲਈ ਇੱਕ ਬਿਗਲ ਵਜਾਇਆ ਗਿਆ। ਜੀ ਪ੍ਰੋਫੈਸਰ ਸਾਹਿਬ, ਅਸਲ ਮਾਇਨੇ ਵਿੱਚ ਦੇਸ਼ ਦਾ ਕਿਸਾਨ ਅੱਜ ਗਣਤੰਤਰ ਦਿਵਸ ਮਨਾ ਰਿਹਾ ਹੈ। ਰੋਮਨ, ਮੈਂ ਸਵੇਰ ਦਾ ਦੇਖ ਰਿਹਾ। ਆਪਾਂ ਕੱਲ ਰਾਤ ਤੱਕ ਵੀ ਚਿੰਤਤ ਸੀਗੇ, ਪਰ ਕੱਲ ਰਾਤ ਨੂੰ ਤੁਹਾਨੂੰ ਮੈਂ ਅਪਡੇਟ ਕਰਦਿਆਂ ਕੁਝ ਅਖਬਾਰਾਂ ਨੇ ਉਸ ਨੂੰ ਕਵਰ ਵੀ ਕੀਤਾ ਆ ਕਿ ਜਦੋਂ ਇਹ ਸਿੰਘੂ ਬਾਰਡਰ ਦੇ ਉੱਤੇ ਸਾਰੀ ਸਟੇਜ ਰਾਤ ਸ਼ਾਮ ਨੂੰ ਖਤਮ ਹੋ ਜਾਂਦੀ ਆ, ਉਹਦੇ ਵਿੱਚ ਕੁਝ ਨੌਜਵਾਨਾਂ ਨੇ ਮਾਈਕ ਫੜ ਕੇ ਕਿਹਾ ਕਿ ਜੋ ਤੁਸੀਂ ਕਿਸਾਨ ਲੀਡਰਾਂ ਦੀ ਜਿਹੜੀ ਸਾਂਝੀ ਸੰਘਰਸ਼ ਕਮੇਟੀ ਨਹੀਂ, ਜਿਹੜੀ ਕਿਸਾਨਾਂ ਦੀ ਜਿਹੜਾ ਫੋਰਮ ਹੈਗਾ, ਆਲ ਇੰਡੀਆ ਕਿਸਾਨਾਂ ਦਾ ਫੋਰਮ ਹੈਗਾ, ਜਿਹੜੀ ਉਹਦੀ ਕਮੇਟੀ ਬਣੀ 41 ਯੂਨੀਅਨਾਂ ਦੀ, ਉਹਨਾਂ ਤੋਂ ਜਾਣੀ ਬਾਗੀ ਸੁਰਾਂ ਕਰਕੇ ਕਿ ਤੁਸੀਂ ਰਿੰਗ ਰੋਡ ਤੇ ਕਿਉਂ ਨਹੀਂ ਗਏ, ਰਿੰਗ ਰੋਡ ਤੇ ਜਾਣਾ ਹੈ। ਉੱਥੇ ਕਾਫੀ ਘਮਾਸਾਨ ਇਸ ਕਿਸਮ ਦਾ ਮੱਚਿਆ। ਉਹਦੇ ਤੋਂ ਸ਼ੰਕਾ ਰਾਤ ਨੂੰ ਹੀ ਇਹ ਪੈਦਾ ਹੋ ਗਈ ਸੀ। 10 ਵਜੇ ਤੱਕ ਸਾਨੂੰ ਫੋਨ ਆਉਣੇ ਸ਼ੁਰੂ ਹੋ ਗਏ ਸੀ ਕਿ ਕੱਲ ਨੂੰ ਸਭ ਕੁਝ ਜ਼ਰੂਰੀ ਨਹੀਂ ਉਸੇ ਤਰੀਕੇ ਨਾਲ ਚੱਲੇ ਜਿਸ ਤਰੀਕੇ ਨਾਲ ਸੋਚਿਆ ਗਿਆ ਸੀ। ਤੇ ਉਹੋ ਹੀ ਗੱਲ ਹੋਈ। ਟਿਕਰੀ ਤੇ ਸਿੰਘੂ ਬਾਰਡਰ ਦੇ ਉੱਤੇ ਜਿਹੜੇ ਬੈਰੀਕੇਡ ਲਾਏ ਸੀਗੇ ਉਹ ਆਪਣੇ ਤੌਰ ਤੇ ਵਕਤ ਤੋਂ ਪਹਿਲਾਂ ਟਿਕਰੀ ਦੇ ਤੇ ਹਟਾਏ ਗਏ ਆ, ਤੋੜੇ ਨਹੀਂ ਗਏ, ਪਰ ਸਿੰਘੂ ਬਾਰਡਰ ਤੇ ਉਹਨਾਂ ਨੂੰ ਆਪਣੇ ਤੌਰ ਤੇ ਤੋੜ ਕੇ ਕਿਸਾਨ ਅੱਗੇ ਵੱਧ ਗਏ ਆ। ਇੱਕ ਪਾਸੇ ਹੁਣ ਪਰੇਡ ਜਿਹੜੀ ਦਿਖਾਈ ਜਾ ਰਹੀ ਹੈ 26 ਜਨਵਰੀ ਦੀ ਸਰਕਾਰੀ ਪਰੇਡ ਦਿਖਾਈ ਜਾ ਰਹੀ ਹੈ, ਜਿੱਥੇ ਮੋਦੀ ਜੀ ਵੀ ਸਾਰੇ ਹੋਰ ਗੈਸਟ, ਅਮਿਤ ਸ਼ਾਹ ਦੀਆਂ ਫੋਟੋਆਂ ਦਿਖਾਈਆਂ ਜਾ ਰਹੀਆਂ ਔਰ ਰਾਸ਼ਟਰਪਤੀ ਜੀ ਸਲਾਮੀ ਲੈ ਰਹੇ ਆ। ਪਰ ਦੂਜੇ ਪਾਸੇ ਇਹ ਘਮਾਸਾਨ ਚੱਲ ਰਿਹਾ ਆ ਕਿ ਜਿਹੜੇ ਵਕਤ ਤੋਂ ਪਹਿਲਾਂ ਟਰੈਕਟਰ ਆਪਣੀ ਮਰਜ਼ੀ ਨਾਲ ਉਸ ਪ੍ਰੋਗਰਾਮ ਦੇ ਤਹਿਤ ਨਹੀਂ, ਜੋ ਪ੍ਰੋਗਰਾਮ ਲਿਖਿਆ ਗਿਆ ਸੀਗਾ, ਉਹ ਬਾਈਪਾਸ ਹੋ ਕੇ ਉਹ ਵਾਅਦੇ ਸਾਰੇ ਹਵਾ 'ਚ ਉੱਡਦੇ ਨਜ਼ਰ ਆਏ ਆ। ਬਹੁਤ ਹੀ ਇਸ ਵੇਲੇ ਹੋਰ ਥੋੜ੍ਹੀ ਦੇਰ ਤੱਕ ਸਾਰਾ ਪਤਾ ਲੱਗ ਜੂਗਾ ਜਦੋਂ ਮੈਂ ਖਬਰਾਂ ਦੇ ਰਿਹਾ, ਤੇ ਅਜੇ ਉਸ ਗੱਲ ਦਾ ਪੂਰਾ ਨਹੀਂ, ਪਰ ਬਹੁਤ ਹੀ ਮੈਂ ਇੱਕ ਕਿਸਮ ਦੀ ਚਿੰਤਾ ਦੇ ਵਿੱਚ ਤੇ ਇੱਕ ਕਿਸਮ ਦੀ ਅਨਸਰਟਨਟੀ ਦੇ ਵਿੱਚ ਤੁਹਾਨੂੰ ਦੇ ਰਿਹਾ ਗੱਲ, ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਉੱਥੇ ਜਦੋਂ ਦੇਖਣ ਨੂੰ ਮੈਨੂੰ ਦੁਬਾਰਾ ਅੱਜ ਪੁਲਿਸ ਦਾ ਦਿਖ ਰਿਹਾ ਸੀ, ਉਹ ਆਪਣੀਆਂ ਜਿਹੜੀਆਂ ਜਿਹਦੇ ਨਾਲ ਟੀਅਰ ਗੈਸ ਸ਼ੈਲ ਰਾਈਫਲਾਂ ਹੁੰਦੀਆਂ ਆ, ਉਹ ਉਹਨਾਂ ਦੇ ਵਿੱਚ ਪਾ ਰਹੇ ਸੀਗੇ। ਹੋਰ ਜਲ ਤੋਂ ਪਾਇਨ ਖੜੀਆਂ ਸੀਗੀਆਂ ਕਿਉਂਕਿ ਉਹ ਇੱਕ ਲਾਸਟ ਬੈਰੀਕੇਡ ਹੈ। ਜੇ ਉਸ ਨੂੰ ਤੋੜ ਕੇ ਕਿਸਾਨ ਕਹਿਣਗੇ ਕਿ ਅਸੀਂ ਰਿੰਗ ਰੋਡ ਵੱਲ ਜਾਣਾ, ਅਸੀਂ ਜਿਹੜਾ ਰਸਤਾ ਸਾਨੂੰ ਦੱਸਿਆ ਗਿਆ ਉਹਦੇ ਤੇ ਨਹੀਂ ਚੱਲਾਂਗੇ, ਅਸੀਂ ਤੇ ਰਿੰਗ ਰੋਡ ਜਾਵਾਂਗੇ। ਜੇ ਇਹੋ ਜਿਹਾ ਟਕਰਾਅ ਹੋ ਜਾਂਦਾ ਤਾਂ ਇੱਕ ਬਹੁਤ ਹੀ ਜੀ ਪ੍ਰੋਫੈਸਰ ਸਾਹਿਬ, ਉਹਦੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਇਹ ਬਿਲਕੁਲ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਕਿ ਕਿਸਾਨ ਜਥੇਬੰਦੀਆਂ ਦੀਆਂ ਬਹੁਤ ਵੱਡੀਆਂ ਅਚੀਵਮੈਂਟਸ ਹੈਗੀਆਂ, ਉਹ ਸ਼ਾਂਤੀ ਬਣਾ ਕੇ ਰੱਖਣ। ਉਹਨਾਂ ਵੱਲੋਂ ਵੀ ਅਪੀਲ ਕੀਤੀ ਗਈ ਹੈ। ਤੋਮਰ ਸਾਹਿਬ ਨੇ ਕੱਲ ਫਿਰ ਦੁਬਾਰਾ ਬਿਆਨ ਦਿੱਤਾ ਕਿ ਦੇਖੋ, ਮੈਂ ਤਾਂ ਚਾਹੁੰਦਾ ਸੀ ਕੋਈ ਨਾ ਕੋਈ ਹੱਲ ਨਿਕਲ ਆਏ, ਮੈਨੂੰ ਬੜਾ ਅਫਸੋਸ ਆ, ਕਾਨੂੰਨ ਤੇ ਠੀਕ ਹੈ, ਪਰ ਜੇ
'ਚ ਕਿਸਾਨ ਚਾਹੁੰਦੇ ਅਸੀਂ ਇਸ ਨੂੰ ਸਸਪੈਂਡ ਕਰਨ ਵਾਲੇ ਸੀਗੇ, ਪਰ ਹੁਣ ਇਹ ਕਿਸਾਨਾਂ ਦੀ ਮਰਜ਼ੀ, ਮੈਂ ਤੇ ਹਾਰ ਗਿਆ। ਮਤਲਬ ਇਸ ਕਿਸਮ ਦੀ ਉਹਨਾਂ ਦੀ ਸਟੇਟਮੈਂਟ ਟੋਟਲ ਸੀਗੀ। ਸਾਥ ਹੀ ਸਾਥ ਮਤਲਬ ਇੱਕ ਕਿਸਮ ਦਾ ਇਹ ਵੀ ਨਾਲੋਂ ਨਾਲ ਰੋਮਨ ਚੱਲ ਰਿਹਾ ਆ। ਹੁਣ ਜਿਹੜੀ ਸਭ ਤੋਂ ਵੱਡੀ ਗੱਲ ਵੇਖਣ ਵਾਲੀ ਹੈਗੀ ਉਹ ਇਹੀ ਹੈਗੀ ਕਿ ਇਹ ਕੀ ਸ਼ਾਮ ਤੱਕ ਸਾਰਾ ਸਾਡਾ ਜਿਹੜਾ ਟਰੈਕਟਰ ਮਾਰਚ 26 ਜਨਵਰੀ ਦਾ ਕਿਸਾਨ ਦਿਹਾੜਾ, ਕਿਸਾਨਾਂ ਵੱਲੋਂ 26 ਜਨਵਰੀ ਮਨਾਉਣ ਦਾ ਹੈਗਾ, ਉਹ ਉਸੇ ਹੀ ਰੂਪ ਦੇ ਵਿੱਚ ਅੱਗੇ ਚੜ੍ਹਦਾ ਕਿ ਨਹੀਂ ਚੜ੍ਹਦਾ। ਮੈਂ ਇੱਥੇ ਇੱਕ ਗੱਲ ਹੋਰ ਕਹਿ ਦਿਆਂ, ਇਹ ਕਿਉਂ ਹੁੰਦਾ ਆ? ਇੱਕ ਤੇ ਅਲੱਗ-ਅਲੱਗ ਕਿਸਮ ਦੀਆਂ ਯੂਨੀਅਨਾਂ ਹੈਗੀਆਂ ਆ, ਉਹ ਇੱਕ ਖਾਸ ਪਰਪਸ ਲਈ ਇਕੱਠੀਆਂ ਹੋਈਆਂ, ਪਰ ਉਹ ਇਕੱਠੀਆਂ ਹੁੰਦੀਆਂ ਹੋਈਆਂ ਵੀ ਅਲੱਗ-ਅਲੱਗ ਰਹਿੰਦੀਆਂ। ਜਿਵੇਂ ਅਗਰਾਹਾਂ ਆਪਣੀ ਅਲੱਗ ਸਟੇਜ ਲਾਉਂਦੇ ਆ, ਕੋਈ ਜਾ ਕੇ ਉਹਨਾਂ ਤੋਂ ਪੁੱਛ ਕੇ ਬੋਲਣਾ ਚਾਹੇ, ਉੱਥੇ ਗੱਲ ਕਰਨਾ ਚਾਹੇ ਤੇ ਕਰ ਸਕਦਾ। ਇਹ ਅਗਰਾਹਾਂ ਸਾਹਿਬ ਨੇ, ਜੋਗਿੰਦਰ ਸਿੰਘ ਨੇ ਕਿਹਾ ਸੀ, ਪਰ ਉਹ ਸਾਂਝੀ ਸਟੇਜ ਦੀ ਜਗ੍ਹਾ ਆਪਣੀ ਸਟੇਜ ਲਾ ਕੇ ਰੱਖੇ। ਇਸੇ ਤਰੀਕੇ ਨਾਲ ਜਿਹੜੇ ਅੰਮ੍ਰਿਤਸਰ ਵਾਲੇ ਸਾਡੇ ਆ, ਕਿਰਤੀ ਕਿਸਾਨ ਸੰਘਰਸ਼ ਕਮੇਟੀ ਹੈਗੀ, ਜਿਹਦੇ ਵਿੱਚ ਸਤਨਾਮ ਸਿੰਘ ਪੰਨੂ ਉਹਨਾਂ ਦੇ ਪ੍ਰਧਾਨ ਆ, ਔਰ ਸਰਵਣ ਸਿੰਘ ਪੰਧੇਰ ਉਹਨਾਂ ਦੇ ਜਨਰਲ ਸੈਕਟਰੀ ਆ, ਉਹਨਾਂ ਨੇ ਵੀ ਆਪਣੀ ਸਟੇਜ ਲਗਾਤਾਰ ਅਲੱਗ ਲਾ ਕੇ ਰੱਖੀ ਹੈ। ਇਹ ਉਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈਗੀ ਹੈ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਤੌਰ ਦੇ ਉੱਤੇ ਆਪਣੀਆਂ ਫੌਜਾਂ ਨੂੰ ਅੱਗੇ ਵਧਾ ਦਿੱਤਾ ਆ। ਹੁਣ ਇਹ ਦੇਖਣ ਵਾਲਾ ਇਹ ਹੋਊਗਾ ਕਿ ਜੇ ਇਸ ਤਰੀਕੇ ਨਾਲ ਹੀ ਆਪਾਂ ਸਾਰੇ ਜੋ ਇੱਕ ਯੂਨੈਨਿਮਸਲੀ ਫੈਸਲਾ ਹੋਇਆ ਉਸ ਨੂੰ ਵਾਇਲੇਟ ਕਰਕੇ ਆਪੋ ਆਪਣੇ ਤਰੀਕੇ ਨਾਲ ਚੱਲਦੇ ਰਵਾਂਗੇ, ਭਾਵੇਂ ਮੰਗਾਂ ਸਾਰਿਆਂ ਦੀਆਂ ਇੱਕੋ ਆ, ਪਰ ਜੇ ਰਸਤੇ ਅਲੱਗ-ਅਲੱਗ ਕਰਾਂਗੇ ਤਾਂ ਉਸ ਦਾ ਰਿਜ਼ਲਟ ਕੀ ਨਿਕਲੂਗਾ ਇਹ ਤੇ ਹੁਣ ਸ਼ਾਮ ਤੱਕ ਉਹ ਸਾਡੇ ਸਾਹਮਣੇ ਆ ਜਾਊਗਾ। ਜੀ ਪ੍ਰੋਫੈਸਰ ਸਾਹਿਬ, ਉਧਰ ਦੂਜੇ ਪਾਸੇ ਜਿੱਥੇ ਇਹਨਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਨੂੰ ਲਗਾਤਾਰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਉਧਰ ਦੂਜੇ ਪਾਸੇ ਕਈ ਭਾਜਪਾ ਵਰਕਰ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਵੀ ਨਿਤਰੇ ਨੇ। ਕੱਲ ਮੁਕੇਰੀਆ ਵਿੱਚ ਜੋ ਨਜ਼ਾਰਾ ਦੇਖਣ ਨੂੰ ਮਿਲਿਆ, ਉਸ ਸਭ ਤੇ ਕੀ ਕਹੋਗੇ ਤੁਸੀਂ? ਦੇਖੋ, ਇਹ ਤੇ ਹੁਣ ਭਾਜਪਾ ਨੂੰ ਇਹ ਸੋਚਣਾ ਚਾਹੀਦਾ ਕਿ ਉਹ ਅਕਾਲੀਆਂ ਦੇ ਮੋਢੇ ਚੜ੍ਹ ਕੇ ਬੜੀ ਦੇਰ ਆਪਣਾ ਇੱਥੇ ਜਿੰਨੀਆਂ ਵੀ ਕੋਈ ਮਿਨਿਸਟਰੀਆਂ ਲੈ ਲਈਆਂ, ਕੁਛ ਜਿਹੜਾ ਸੱਤਾ ਦਾ ਆਨੰਦ ਬਥੇਰਾ ਭੋਗ ਲਿਆ, ਤੇ ਹੁਣ ਉਹਨਾਂ ਨੂੰ ਜੇ ਛੇਤੀ ਇਸ ਗੱਲ ਨੂੰ ਪੈਚਅਪ ਨਹੀਂ ਕਰਨਗੇ, ਛੇਤੀ ਮੰਗਾਂ ਦੇ ਉੱਤੇ ਪੋਜ਼ਿਟਿਵ ਹੰਗਾਰਾ, ਜਿਵੇਂ ਕਿਸਾਨ ਸ਼ਾਂਤ ਹੋ ਜਾਣ ਜਾਂ ਉਹ ਇਹ ਮੰਨ ਜਾਣ, ਕਨਵਿੰਸ ਹੋ ਜਾਣ, ਜੇ ਉਸ ਕਿਸਮ ਦਾ ਕੋਈ ਸਮਝੌਤਾ ਨਹੀਂ ਆਉਂਦਾ ਤੇ ਇਹ ਤੇ ਬਹੁਤ ਵੱਡੇ ਪੱਧਰ ਤੇ ਭਾਜਪਾ ਨੂੰ ਸਭ ਤੋਂ ਵੱਧ ਨੁਕਸਾਨ ਹੋਣ ਵਾਲਾ ਆ। ਇਹਦੇ 'ਚ ਕੋਈ ਦੋ ਰਾਏ ਹੈ ਨਹੀਂ। ਬਹੁਤ ਦੇਰ ਪਹਿਲਾਂ ਹੀ ਸ਼ੁਰੂਆਤੀ ਦੌਰ ਦੇ ਵਿੱਚ ਹੀ ਨੌਜਵਾਨ ਜਿਹੜਾ ਮਲਵਿੰਦਰ ਸਿੰਘ ਕੰਗ, ਤੁਹਾਨੂੰ ਯਾਦ ਆ, ਉਹ ਇਹਨਾਂ ਦਾ ਸਪੋਕਸਮੈਨ ਸੀ, ਉਹ ਇੱਕਦਮ ਰਿਜ਼ਾਈਨ ਕਰ ਗਿਆ ਸੀ। ਫਿਰ ਫਰੀਦਕੋਟ ਵਿੱਚ ਰਿਜ਼ਾਈਨ ਹੋਏ, ਜ਼ਿਲ੍ਹੇ ਦਾ ਪ੍ਰਧਾਨ ਵੀ ਰਿਜ਼ਾਈਨ ਕਰ ਗਿਆ। ਹੁਣ ਹੁਸ਼ਿਆਰਪੁਰ, ਮੁਕੇਰੀਆਂ ਦੇ ਵਿੱਚ ਇਸ ਕਿਸਮ ਦੇ ਪਿੰਡਾਂ ਦੇ ਖੇਤਰ ਵਿੱਚ ਖਾਸ ਕਰਕੇ, ਕਿਉਂਕਿ ਸ਼ਹਿਰੀ ਇੱਕ ਅਲੱਗ ਸੱਭਿਆਚਾਰ ਆ, ਹਾਲਾਂਕਿ ਉਹ ਵੀ ਇਸ ਗੱਲ ਤੇ ਕੋਈ ਬਹੁਤ ਹੱਕ 'ਚ ਨਹੀਂ ਹੈ ਕਿ ਇਹ ਐਜੀਟੇਸ਼ਨ ਲੰਮੀ ਚੱਲੇ। ਸ਼ਹਿਰੀ ਬੀਜੇਪੀ ਵਾਲੇ ਵੀ ਇਸ ਗੱਲ ਤਾਂ ਇਸੇ ਗੱਲ ਦੀ ਪ੍ਰਾਰਥਨਾ ਕਰਦੇ ਆ, ਲਗਾਤਾਰ ਸੋਚਦੇ ਆ ਕਿ ਇਹ ਹੁਣ ਜਿੰਨੀ ਛੇਤੀ ਸ਼ਾਂਤੀ ਹੋਵੇ ਠੀਕ ਹੈਗੀ, ਪਰ ਉਹ ਇਸ ਗੱਲ ਦਾ ਦਬਾਅ ਨਹੀਂ ਪਾ ਪਾਉਂਦੇ ਆਪਣੀ ਲੀਡਰਸ਼ਿਪ ਦੇ ਉੱਤੇ ਕਿ ਸ਼ਾਂਤੀ ਕਰਨੀ ਆ ਤੇ ਉਹ ਉਹਨਾਂ ਦੇ ਹੱਥ ਚਾਬੀ ਆ। ਇੱਕ ਵਾਰੀ ਵਾਪਸ ਲੈਣ ਦੇ ਨਾਲ ਸਾਰੀ ਗੱਲ ਠੀਕ ਹੋ ਜੂਗੀ। ਵਾਪਸ ਲੈਣਾ ਕਿਹੜਾ ਕਿਤੇ ਕੋਈ ਇਹੋ ਜਿਹੀ ਤੇ ਹੈ ਨਹੀਂ ਕਿ ਪਾਕਿਸਤਾਨੀ ਲੋਕਾਂ ਨਾਲ ਤੁਸੀਂ ਕੋਈ ਸਮਝੌਤਾ ਕਰ ਰਹੇ ਹੋ ਜਿਹੜਾ ਬਾਅਦ 'ਚ ਟੁੱਟਣਾ ਨਹੀਂ। ਆਪਣੇ ਘਰ ਦੇ ਬੰਦੇ ਆ, ਕੱਲ ਨੂੰ ਨਵੀਂ ਕਮੇਟੀ ਬਣ ਕੇ ਨਵਾਂ ਕੁਛ ਨਿਕਲ ਆਊਗਾ, ਉਹ ਉਧਰ ਨੂੰ ਸੋਚਦੇ ਨਹੀਂ ਆ। ਇਹੀ ਕਾਰਨ ਆ ਕਿ ਵੱਡੇ ਪੱਧਰ ਤੇ ਜਿਹੜਾ ਲੋਕਾਂ ਦਾ ਜੋਸ਼ ਖਰੋਸ਼ ਆ, ਉਹਦੇ 'ਚ ਕੀ ਇੱਕ ਪੂਰਾ ਹੀ ਤੂਫਾਨ ਪੰਜਾਬ ਦੇ ਵਿੱਚ ਚੱਲ ਰਿਹਾ, ਔਰ ਉਹਦੇ ਵਿੱਚ ਜਿਹੜੇ ਪੇਂਡੂ ਬੀਜੇਪੀ ਦੇ ਭਾਜਪਾ ਦੇ ਲੀਡਰ ਹੈਗੇ ਆ, ਉਹ ਉਸ ਤੂਫਾਨ ਦੇ ਵਿੱਚ ਉੱਡਦੇ ਨਜ਼ਰ ਆ ਰਹੇ ਆ। ਬਿਲਕੁਲ ਤੁਸੀਂ ਠੀਕ ਹੈ ਕਿ ਬਹੁਤ ਸਾਰੇ ਵਾਪਸ ਅਲੱਗ-ਅਲੱਗ ਪਾਰਟੀਆਂ ਤੋਂ ਜਾਂ ਤੇ ਜੁਆਇਨ ਕਰ ਰਹੇ ਆ, ਜਾਂ ਘੱਟੋ ਘੱਟ ਆਪਣੇ ਆਪ ਨੂੰ ਕਿਸਾਨਾਂ ਦੇ ਵਿਰੋਧ ਵਿੱਚ ਬਿਲਕੁਲ ਖੜਾ ਨਹੀਂ ਕਰਨਾ ਚਾਹੁੰਦੇ, ਉਹਨਾਂ ਦੇ ਹੱਕ ਵਿੱਚ ਖੜੇ ਹੋ ਰਹੇ ਆ। ਹਾਂਜੀ ਰੋਮਾ ਜੀ ਪ੍ਰੋਫੈਸਰ ਸਾਹਿਬ, ਉਧਰ ਕੇਂਦਰੀ ਮੰਤਰੀ ਸ਼ਰਦ ਪਵਾਰ ਨੇ ਕੇਂਦਰ ਸਰਕਾਰ ਨੂੰ ਫਿਰ ਚੇਤਾਵਨੀ ਦਿੱਤੀ। ਉਹਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਕਿਸਾਨ ਮੁੜਨਗੇ। ਬਿਲਕੁਲ, ਤੁਹਾਨੂੰ ਪਤਾ ਕਿ ਮਹਾਰਾਸ਼ਟਰ ਦਾ ਵੀ ਇੱਕ ਇਤਿਹਾਸ ਕਿਸਾਨ ਮੂਵਮੈਂਟ ਦੀ, ਸਟਰੋਂਗ ਕਿਸਾਨ ਮੂਵਮੈਂਟ ਦੇ ਵਿੱਚ ਹੈਗਾ। ਪਹਿਲਾਂ ਵੀ ਉਹਨਾਂ ਨੇ 2-3 ਸਾਲ ਇੱਕ ਬਹੁਤ ਵੱਡਾ ਮੁਜ਼ਾਹਰਾ ਨਾਸਿਕ ਤੋਂ ਲੈ ਕੇ ਪੈਦਲ ਮਾਰਚ ਕੀਤਾ ਸੀਗਾ, ਤੇ ਉਹ ਇੰਨਾ ਸ਼ਾਨਮਈ ਸੀਗਾ ਕਿ ਇੰਨਾ ਪ੍ਰਭਾਵਸ਼ਾਲੀ ਸੀਗਾ। ਉਸ ਨੂੰ ਬੰਬੇ ਤੱਕ ਪਹੁੰਚਣ, ਆਪਣੀ ਡੈਸਟੀਨੇਸ਼ਨ ਤੇ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦੀਆਂ ਮੰਗਾਂ ਮੰਨ ਕੇ ਉਹਨਾਂ ਨੂੰ ਵਾਪਸ ਕਰਤਾ ਸੀ। ਅਸੀਂ ਉਮੀਦ ਕਰਦੇ ਸੀਗੇ ਕਿ ਸ਼ਾਇਦ ਬੀਜੇਪੀ ਦੀ ਸਰਕਾਰ ਵੀ ਇਸੇ ਤਰੀਕੇ ਨਾਲ ਕਰੂਗੀ ਕਿ ਜਦੋਂ ਪੰਜਾਬ ਤੋਂ ਲੋਕ ਬਾਰਡਰ ਤੇ ਪਹੁੰਚ ਗਏ, ਹਫ਼ਤਾ 10 ਦਿਨਾਂ ਦੇ ਅੰਦਰ ਅੰਦਰ ਕੋਈ ਨਾ ਕੋਈ ਹੱਲ ਕੱਢ ਕੇ ਇਹਨਾਂ ਨੂੰ ਤੋਰ ਦੂਗੀ, ਪਰ ਇੱਥੇ ਤੇ ਢੀਠਤਾਈ ਬਹੁਤ ਜ਼ਿਆਦਾ ਦਿਖਾਈ ਗਈ ਆ। ਉਹਦਾ ਰਿਜ਼ਲਟ ਇਹ ਨਿਕਲ ਰਿਹਾ ਕਿ ਅੱਜ ਆਪਾਂ ਜਿਸ ਅਨਸਰਟਨਟੀ 'ਚ ਬੈਠੇ ਆ, ਜੋ ਮਹਾਰਾਸ਼ਟਰ ਵਾਲਾ ਵਿਸ਼ਾਲ ਪ੍ਰਦਰਸ਼ਨ ਹੋਇਆ, ਐਨਸੀਪੀ ਸ਼ਰਦ ਪਵਾਰ ਇੱਕ ਵੱਡੇ ਲੀਡਰ ਹੈਗੇ ਆ, ਕਿਸੇ ਵੇਲੇ ਪ੍ਰਾਈਮ ਮਿਨਿਸਟਰੀਅਲ ਕੈਂਡੀਡੇਟ ਦੇ ਰੂਪ ਵਿੱਚ ਵੀ ਦੇਖੇ ਜਾਂਦੇ ਰਹੇ ਆ,
ਤੇ ਇਹੋ ਜਿਹੇ ਵੱਡੇ ਲੀਡਰ ਜਦੋਂ ਕੋਈ ਬਿਆਨ ਦਿੰਦੇ ਤੇ ਉਸ ਦਾ ਵਜਨ ਵੀ ਉੱਡਾ ਵੱਡਾ ਹੁੰਦਾ। ਹੁਣ ਸੋਚਣਾ ਚਾਹੀਦਾ, ਉਹ ਇਸ ਸਥਿਤੀ ਸਰਕਾਰ ਦੇ ਵਿੱਚ, ਬੰਬੇ ਦੀ ਸਰਕਾਰ, ਸ਼ਿਵ ਸੈਨਾ ਦੀ ਸਰਕਾਰ ਵਿੱਚ ਭਾਈਵਾਲ ਵੀ ਹੈਗੇ, ਤੇ ਉਹਨਾਂ ਨੂੰ ਸੋਚਣਾ ਚਾਹੀਦਾ ਕੇਂਦਰੀ ਸਰਕਾਰ ਨੂੰ ਕਿ ਜੇ ਇਹਦੇ ਵੱਡੇ ਸਟਾਲਵਾਰਟ ਵੀ ਮੋਦੀ ਜੀ ਨੂੰ ਇਸ ਗੱਲ ਦਾ ਕਹਿ ਰਹੇ ਆ ਕਿ ਤੁਸੀਂ ਮੰਗਾਂ ਦੇ ਉੱਤੇ ਨਾ ਕੋਈ ਇਹਦਾ ਹੱਲ ਕੱਢੋ, ਤਾਂ ਕੁਦਰਤੀ ਹੈ ਕਿ ਮਹਾਰਾਸ਼ਟਰ ਦੇ ਵਿੱਚ ਇਸ ਗੱਲ ਦਾ ਬਹੁਤ ਵਾਈਡ ਸਪਰੈਡ ਅਸਰ ਹੋਣਾ ਹੈ। ਉਹ ਇੱਕ ਅਸਰਦਾਇਕ ਪੁਰਾਣੀ ਪਾਰਟੀ ਹੈਗੀ ਹੈ, ਤੇ ਜੋ ਜਿਸ ਕਿਸਮ ਦਾ ਵੱਡੇ ਪੱਧਰ ਤੇ ਪ੍ਰਦਰਸ਼ਨ ਹੋਇਆ, ਜਿਵੇਂ ਅਸੀਂ ਕੱਲ ਮੀਡੀਆ ਸਾਰਾ ਦਿਖਾਉਂਦਾ ਰਿਹਾ ਆ, ਉਹ ਇੱਕ ਵਾਕਿਆ ਹੀ ਇਸ ਗੱਲ ਦਾ ਤੇ ਸਾਫ਼-ਸਾਫ਼ ਸਬੂਤ ਆ ਕਿ ਜੇ ਮੋਦੀ ਜੀ ਨੇ ਇਸ ਨੂੰ ਹੋਰ ਕੋਈ ਟਾਈਮ ਲਾਇਆ ਤਾਂ ਇਹ ਪੰਜਾਬ, ਹਰਿਆਣਾ, ਯੂਪੀ ਜਾਂ ਇਸ ਤੋਂ ਜ਼ਿਆਦਾ ਜਿਹੜੀ ਕੇਂਦਰਿਤ ਮੂਵਮੈਂਟ ਹੈ, ਜਿੱਥੇ ਦਿੱਲੀ ਦਾ ਘਿਰਾਓ ਹੋਇਆ, ਇਹ ਸਾਰੇ ਹਿੰਦੁਸਤਾਨ, ਭਾਰਤ ਦਾ ਅਲੱਗ-ਅਲੱਗ ਜਗ੍ਹਾ ਤੇ ਇਹਨਾਂ ਦੇ ਗਵਰਨਰਾਂ ਦਾ, ਇਹਨਾਂ ਦੇ ਪਾਰਟੀ ਲੀਡਰਾਂ ਦਾ, ਇਹਨਾਂ ਦੇ ਦਫ਼ਤਰਾਂ ਦਾ ਤੁਸੀਂ ਦੇਖੋ ਇਹ ਘਿਰਾਓ ਹੋਣਾ ਸ਼ੁਰੂ ਹੋਊਗਾ। ਇਹ ਤੋਂ ਪਹਿਲਾਂ ਕਿ ਏਡਾ ਵੱਡਾ ਹੋ ਰਹੇ ਆਪਣਾ ਵਿਕਰਾਲ ਤੇ ਵਿਸ਼ਾਲ ਰੂਪ ਧਾਰਨ ਕਰੇ, ਮੋਦੀ ਜੀ ਨੂੰ ਬਿਲਕੁਲ ਚਾਹੀਦਾ ਹੈ ਕਿ ਕੋਈ ਨਾ ਕੋਈ ਜਲਦੀ ਤੋਂ ਜਲਦੀ ਇਸ ਗੱਲ ਦਾ ਹੱਲ ਕੱਢਣ। ਜੀ ਪ੍ਰੋਫੈਸਰ ਸਾਹਿਬ, ਗੱਲਬਾਤ ਦਾ ਸਿਲਸਿਲਾ ਅਸੀਂ ਜਾਰੀ ਰੱਖਾਂਗੇ, ਪਰ ਇੱਥੇ ਰੁਕ ਰਹੇ ਹਾਂ ਅਸੀਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਤੁਸੀਂ ਬਣੇ ਰਹੋ ਸਾਡੇ ਨਾਲ ਚੰਡੀਗੜ੍ਹ ਟਾਈਮ ਟੀਵੀ ਤੇ। ਬ੍ਰੇਕ ਤੋਂ ਬਾਅਦ ਸਾਡੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਿੱਧੀ ਗੱਲ। ਪ੍ਰੋਫੈਸਰ ਸਾਹਿਬ, ਖਬਰਾਂ ਦਾ ਸਿਲਸਿਲਾ ਅਸੀਂ ਅੱਗੇ ਤੋਰੀਏ ਤਾਂ ਰਵਨੀਤ ਬਿੱਟੂ ਤੇ ਕੁਲਬੀਰ ਜ਼ੀਰਾ ਤੇ ਪਿਛਲੇ ਦਿਨੀ ਜੋ ਹਮਲਾ ਹੋਇਆ ਸੀ ਕਿਸਾਨਾਂ ਵੱਲੋਂ, ਉਸ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ। ਉਹਨੇ ਕਿਹਾ ਕਿ ਇਹ ਸਭ ਦੇ ਲਈ ਆਪ ਪਾਰਟੀ ਜ਼ਿੰਮੇਵਾਰ ਹੈ। ਉਸ ਹੁੰਦਾ ਹੈ ਕਿ ਕੈਪਟਨ ਸਾਹਿਬ ਇਹਨਾਂ ਦੇ ਚੱਕਰਾਂ 'ਚ ਕਿਉਂ ਪੈਂਦੇ ਆ, ਹਰ ਗੱਲ ਦਾ ਜਵਾਬ ਦੇਣ ਦੀ ਕੀ ਲੋੜ ਆ। ਰਵਨੀਤ ਬਿੱਟੂ MP ਹੈਗੇ ਆ, ਉਹ ਆਮ ਆਦਮੀ ਪਾਰਟੀ ਲਈ ਕਾਫੀ ਹੈਗੇ, ਉੱਥੇ ਜੋ ਵੀ ਬਿਆਨ ਦੇਣਾ ਦੇ ਦੇਣ। ਕੈਪਟਨ ਸਾਹਿਬ ਸਾਰੇ ਪੰਜਾਬ ਦੇ ਚੀਫ ਮਿਨਿਸਟਰ ਹੈਗੇ ਆ, ਉਹ ਇੱਕ ਸਾਰਿਆਂ ਦਾ ਚਿਹਰਾ ਹੁੰਦੇ ਆ, ਸਟੇਟ ਦਾ, ਸੂਬੇ ਦਾ ਚਿਹਰਾ ਹੁੰਦੇ। ਉਹਨਾਂ ਨੂੰ ਏਡੀਆਂ ਛੋਟੀਆਂ ਗੱਲਾਂ 'ਚ ਆਪ ਨਹੀਂ ਘੱਟੋ ਘੱਟ ਫਸਣਾ ਚਾਹੀਦਾ। ਇਹ ਤੇ ਐਂ ਰਾਘਵ ਚੱਡਾ ਜਾਂ ਕੇਜਰੀਵਾਲ ਦੇ ਆਪਣੇ ਆਪ ਨੂੰ ਬਰਾਬਰ ਦਾ ਰੱਖ ਕੇ ਬਾਰ-ਬਾਰ ਜਵਾਬ ਦੇਣਾ, ਇਹ ਮੈਨੂੰ ਲੱਗਦਾ ਹੈ ਬਿਲਕੁਲ ਨਹੀਂ ਚਾਹੀਦਾ, ਭਾਵੇਂ ਉਹ 100% ਹੀ ਠੀਕ ਹੋਣ। ਹੋਰ ਕਿਸੇ ਰਾਹੀਂ ਬਿਆਨ ਇਹ ਦਵਾਈ ਜਾਣ, ਇਹਨਾਂ ਕੋਲ ਸੁਨੀਲ ਜਾਖੜ ਹੈਗੇ ਆ, ਹੋਰ ਹੈਗੇ ਆ, ਇਹਨਾਂ ਦੇ ਆਪਣੇ ਬਿਆਨ ਦਾ ਜਾਂਚ। ਇਹਦਾ ਮਤਲਬ ਤੁਸੀਂ ਵਾਕਈ ਕਿਤੇ ਨਾ ਕਿਤੇ ਗੱਲ ਤੇ ਤੁਹਾਨੂੰ ਲੱਗਦਾ, ਕੋਈ ਸ਼ੰਕਾ ਲੱਗਦਾ, ਆਪਣੇ ਆਪ ਤੇ ਭਰੋਸਾ ਨਹੀਂ ਕਿ ਤੁਸੀਂ ਬਾਰ-ਬਾਰ ਸਫਾਈ ਦੇਣ ਬੈਠੇ। ਮੈਂ ਘੱਟੋ ਘੱਟ 7-8 ਬਿਆਨ ਇਹੋ ਜਿਹੇ ਹੁਣ ਤੱਕ ਪੜ੍ਹ ਚੁੱਕਾ ਹਾਂ, ਜਿਹਦੇ ਵਿੱਚ ਉਹ ਇੱਕ ਪਾਸਿਓਂ ਫਾਇਰ ਕਰਦੇ ਆਏ, ਫਿਰ ਉਹਦਾ ਕਾਊਂਟਰ ਫਾਇਰ ਕਰਦੇ ਆ, ਤੇ ਉਹਦਾ ਕੋਈ ਬਹੁਤਾ ਅਰਥ ਨਹੀਂ। ਉਹਨਾਂ ਨੇ ਇਹ ਗੱਲ ਦਾ ਦੋਸ਼ ਲਾਤਾ ਕਿ ਜਿਹੜਾ ਇਹ ਬਿੱਟੂ ਹੋਣਾ ਤੇ ਜਾਂ ਜ਼ੀਰੇ ਤੇ ਉੱਤੇ ਹਮਲਾ ਹੋਇਆ ਆ ਉੱਥੇ ਸਿੰਘੂ ਬਾਰਡਰ ਦੇ ਨੇੜੇ, ਇਹ ਆਮ ਆਦਮੀ ਪਾਰਟੀ ਵੱਲੋਂ ਕਰਵਾਇਆ ਗਿਆ ਹੈ, ਕਿਉਂਕਿ ਆਮ ਆਦਮੀ ਪਾਰਟੀ ਇਸ ਵੇਲੇ BJP ਦੀ ਝੋਲੀ 'ਚ ਮੋਦੀ ਜੀ ਦੇ ਨਾਲ ਅੱਖ ਮਟੱਕਾ ਹੈਗਾ ਇਹਨਾਂ ਦਾ। ਇਹ ਉਹਨਾਂ ਦੀ ਸੇਵਾ ਕਰਨ ਲਈ ਸਾਡੇ ਤੇ ਬਾਰ-ਬਾਰ ਹਮਲਾ ਕਰਦੇ ਆ ਔਰ ਸਾਨੂੰ ਲੈਟ ਡਾਊਨ ਕਰਨਾ ਚਾਹੁੰਦੇ ਆ, ਤੇ ਇਸ ਗੱਲ ਦੇ ਵਿੱਚ, ਇਸ ਸਾਜ਼ਿਸ਼ ਦੇ ਵਿੱਚ ਉਹ ਕਾਮਯਾਬ ਨਹੀਂ ਹੋਣਗੇ। ਉਹਨਾਂ ਦਾ ਇਹ ਕਹਿਣਾ ਹੈਗਾ। ਇਹ ਪਹਿਲੀ ਵਾਰੀ ਬਿਆਨ ਨਹੀਂ, ਆਪਾਂ ਲਗਾਤਾਰ ਆਪਾਂ ਇੱਥੇ ਰਿਸਪੌਂਡ ਵੀ ਕਰਦੇ ਰਹਿੰਦੇ ਹਾਂ, ਪਰ ਮੈਂ ਇਸ ਗੱਲ ਨੂੰ ਇਹ ਸਮਝਦਾ ਕਿ ਉੱਥੇ ਇਹ ਕਿਸੇ ਨੂੰ ਲੇਬਲ ਕਰੀ ਜਾਣ ਦੇ ਨਾਲ ਲੋਕਾਂ ਦਾ ਬਿਲਕੁਲ ਇਹਦੇ ਵਿੱਚ ਕੋਈ ਦਿਲਚਸਪੀ ਨਹੀਂ। ਲੋਕਾਂ ਦੀ ਦਿਲਚਸਪੀ ਹੈ ਕਿ ਜੋ ਸਾਡੇ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਵੀਰ, ਭੈਣ, ਭਰਾ, ਨੌਜਵਾਨ ਇੰਨੇ ਜੋਸ਼ ਵਿੱਚ ਉੱਥੇ ਪਹੁੰਚੇ ਹੋਏ ਆ, ਕੀ ਉਹ ਇਸ ਗੱਲ ਦੇ ਉੱਤੇ ਉਸ ਮੂਵਮੈਂਟ ਦੇ ਉੱਤੇ ਜਿਹੜਾ ਬਿਲਕੁਲ ਸਿਰੇ ਚੜੂਗੀ ਕਿ ਨਹੀਂ ਚੜੂਗੀ, ਇਹ ਉੱਥੇ ਲੋਕਾਂ ਦੀ ਕਰੋ ਕਰੀ ਚਿੰਤਾ ਬੈਠੀ ਹੈ। ਇਹਨਾਂ ਨੂੰ ਜਿਹੜੇ ਇਹ ਆਪਸ ਵਿੱਚ ਨੋਕ ਝੋਕ ਜਿਹੜੀ ਆ ਇਹ ਬੰਦ ਕਰਕੇ ਰਾਦਰ ਇਹ ਗੱਲ ਦਾ ਕੋਈ ਰਸਤਾ ਕੱਢਣ ਕਿ ਇਹ ਗੱਲ ਆਮ ਆਦਮੀ ਪਾਰਟੀ ਲਈ ਵੀ ਇਕੁਅਲੀ ਇੰਪੋਰਟੈਂਟ ਹੈਗੀ ਹੈ। ਇਸ ਗੱਲ ਦਾ ਕੋਈ ਰਸਤਾ ਕੱਢਣ ਕਿ ਮੋਦੀ ਜੀ ਨੂੰ ਕਿਵੇਂ ਇਕੱਠੇ ਹੋ ਕੇ ਢਾਇਆ ਜਾ ਸਕਦਾ ਔਰ ਉਹਨਾਂ ਨੂੰ ਇਹ ਮਨਾਇਆ ਜਾ ਸਕਦਾ ਆ ਕਿ ਮੋਦੀ ਜੀ ਆ ਜਿਹੜੇ ਇੰਨੇ ਵੱਡੇ ਪੱਧਰ ਤੇ ਕਿਸਾਨ ਇੰਨੀ ਦੇਰ ਦੇ ਵਿੱਚ ਇੰਨੀ ਤਕਲੀਫ 'ਚ ਬੈਠੇ ਆ, ਉਹਨਾਂ ਦਾ ਕੋਈ ਹੱਲ ਕੱਢੋ। ਉਧਰ ਨੂੰ ਕੋਈ ਬਹੁਤੀ ਗੱਲ ਮੈਨੂੰ ਵੀ ਕੈਪਟਨ ਸਾਹਿਬ ਵੱਲੋਂ ਕੋਈ ਨਜ਼ਰ ਨਹੀਂ ਆ ਰਹੀ। ਜੀ ਪ੍ਰੋਫੈਸਰ ਸਾਹਿਬ, ਉਧਰ ਆਪ ਪਾਰਟੀ ਨੇ ਇਸ ਤੇ ਪਲਟਵਾਰ ਕਰਦਿਆਂ ਕਿਹਾ ਹੈ ਕਿ ਇਸ ਮਾਮਲੇ ਤੇ ਕੈਪਟਨ ਦਾ ਪਰਦਾਫਾਸ਼ ਹੋਣ ਤੇ ਹੁਣ ਕਿਸਾਨਾਂ ਨੇ ਕਾਂਗਰਸੀਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਨਹੀਂ, ਮੈਨੂੰ ਇਹੀ ਲੱਗਦਾ ਕਿ ਚਲੋ ਕਾਂਗਰਸ ਤੇ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਜਿਹੜਾ ਲਿਬਰਲ ਏਜੰਡਾ ਜਿਹੜਾ ਮੋਦੀ ਜੀ ਲਾਗੂ ਕਰ ਰਿਹਾ, ਉਹਦੇ ਬਾਨੀ ਵੀ ਹੈਗੇ ਆ, ਉਹਦੇ ਅਨਿਆਈ ਵੀ ਹੈਗੇ ਆ, ਉਹਨਾਂ ਵੱਲੋਂ ਹੀ ਇਹ ਸਾਰਾ ਕੁਝ ਸ਼ੁਰੂ ਕੀਤਾ ਗਿਆ।
ਪਰ ਮੈਨੂੰ ਆਮ ਆਦਮੀ ਪਾਰਟੀ ਜਿਹੜੀ ਆਪਣੇ ਆਪ ਨੂੰ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਉਂਦੀ ਸੀ, ਮੈਨੂੰ ਨਹੀਂ ਲੱਗਦਾ ਕਿ ਕਿਤੇ ਕਾਂਗਰਸ ਇਨਕਲਾਬ ਜਿੰਦਾਬਾਦ ਦੇ ਅੱਜ ਕੱਲ੍ਹ ਨਾਰੇ ਲਾਉਂਦੀ ਆ। ਪਰ ਇਹ ਤੇ ਭਾਰਤ ਮਾਤਾ ਦੀ ਜੈ, ਇਨਕਲਾਬ ਜਿੰਦਾਬਾਦ, ਇਹ ਸਾਰੇ ਨਾਰੇ ਲਾਉਂਦੇ ਸੀਗੇ ਆਮ ਆਦਮੀ ਪਾਰਟੀ ਵਾਲੇ। 2014 ਤੋਂ ਔਨਵਰਡ ਅਸੀਂ ਆਪ ਸ਼ਾਮਲ ਰਹੇ ਹਾਂ, ਦੇਖਦੇ ਰਹੇ ਹਾਂ। ਹੁਣ ਰਾਘਵ ਚੱਡਾ ਹੁਣੀ ਜਿਹੜੇ ਬਾਰ-ਬਾਰ ਇਹ ਪਤਾ ਨਹੀਂ ਉਪ ਇੰਚਾਰਜ ਹੈਗੇ ਇੱਥੇ ਦੇ ਪੰਜਾਬ ਦੇ ਉੱਤੇ, ਪੰਜਾਬ ਦੇ ਸਹਿ ਪ੍ਰਭਾਰੀ ਕਹੋ ਉਹਨਾਂ ਨੂੰ, ਉਹ ਤੇ ਉਹਨਾਂ ਦਾ ਲਗਾਤਾਰ ਕੈਪਟਨ ਦੇ ਉੱਤੇ ਇਸ ਕਿਸਮ ਦਾ ਬਿਆਨ ਆਉਂਦਾ ਕਿ ਦੇਖੋ ਜੀ ਅਸੀਂ ਆਰਟੀਆਈ 'ਚ ਇਨਫੋਰਮੇਸ਼ਨ ਕਢਾ ਲਈ ਆ। ਇਹ ਜੋ ਅੱਜ ਸਾਰਾ ਕੁਝ ਹੋ ਰਿਹਾ ਆ, ਇਹ ਤੇ ਕੈਪਟਨ ਸਾਹਿਬ ਤੇ ਮੋਦੀ ਜੀ ਦੀ ਮਿਲੀ ਭੁਗਤਣਾ ਹੋ ਰਿਹਾ। ਮਨਪ੍ਰੀਤ ਵੀ ਉਹਦੇ 'ਚ ਸ਼ਾਮਿਲ ਆ, ਮਨਪ੍ਰੀਤ ਦਾ ਵੀ ਬਿਆਨ ਆਉਂਦਾ ਕਿ ਨਹੀਂ ਸਾਡੇ ਕੋਲੋਂ ਤੇ ਕਦੀ ਇਹ ਏਜੰਡਾ ਆਇਆ ਹੀ ਨਹੀਂ। ਜਦੋਂ ਰੋਮਨ ਇਹ ਗੱਲ ਆਪਸ ਵਿੱਚ ਇੱਕ ਕੰਟਰੋਵਰਸ਼ੀਅਲ ਗੱਲ ਹੈ, ਜੇ ਕੌਨਫੀਡੈਂਸ਼ੀਅਲ ਉਹ ਡਾਕੂਮੈਂਟ ਨਾ ਹੋਣ ਤੇ ਉਹ ਸਾਰੇ ਪਬਲਿਕ ਕਰ ਦੇਣੇ ਚਾਹੀਦੇ, ਉਹ ਪਬਲਿਕ ਹੋ ਜਾਣੇ ਚਾਹੀਦੇ, ਲੋਕੀ ਆਪ ਪੜ੍ਹ ਲੈਣ। ਇਹਨਾਂ ਨੂੰ ਇਸ ਬਹਿਸ ਅੰਬੈਸੇ 'ਚ ਨਹੀਂ ਪੈਣਾ ਚਾਹੀਦਾ। ਪਰ ਜਿਹੜੀ ਗੱਲ ਕਰਨੀ ਚਾਹੀਦੀ ਹੈ ਰਾਘਵ ਚੱਡਾ ਨੂੰ ਜਾਂ ਉਹਨਾਂ ਦੇ ਹੋਰ ਸਾਰੀ ਲੀਡਰਸ਼ਿਪ ਨੂੰ, ਵਿੱਚ ਕੇਜਰੀਵਾਲ ਨੂੰ, ਸਾਰਿਆਂ ਨੂੰ, ਭਗਵੰਤ ਮਾਨ ਨੂੰ, ਉਹ ਤੇ ਬਿਲਕੁਲ ਨਹੀਂ ਕਰ ਰਹੇ। ਤੁਸੀਂ ਆਪ ਸੋਚ ਕੇ ਦੇਖੋ ਕਿ ਸਾਰੇ ਲੋਕ ਲੱਖਾਂ ਦੀ ਗਿਣਤੀ 'ਚ ਅੱਜ ਕਿਸ ਹਾਲਤ ਵਿੱਚ ਅਸੀਂ ਚਿੰਤਤ ਹੋਏ ਆ, ਬੈਠੇ ਆ। 60 ਦਿਨ 2 ਮਹੀਨੇ ਹੋ ਗਏ ਬਾਰਡਰ ਤੇ। ਕੀ ਇਹਨਾਂ ਨੇ ਦਿੱਲੀ ਨੂੰ ਅੰਦਰਲੇ ਪਾਸਿਓਂ ਕੋਈ ਹਿਲਾਇਆ? ਕੋਈ ਦਿੱਲੀ ਦੇ ਵਿੱਚ ਆਪਣੇ ਵੱਡੇ ਪ੍ਰੋਟੈਸਟ ਕੀਤੇ? 62 MLA 17 ਤੋਂ ਲੈ ਕੇ ਉੱਥੇ ਬੈਠੇ ਆ। ਇਹਨਾਂ ਨੇ ਕੀ ਤਕਲੀਫ ਦਿੱਤੀ? ਜੇ ਕੈਪਟਨ ਸਾਹਿਬ ਅਸੀਂ ਮੰਨ ਲੈਂਦੇ ਆ ਰਾਘਵ ਦੀ, ਕੈਪਟਨ ਸਾਹਿਬ ਆਪਣੇ ਬੱਚੇ ਨੂੰ ਬਚਾਉਣ ਲਈ, ਉਹਨੂੰ ਈਡੀ ਤੋਂ ਬਚਾਉਣ ਲਈ ਰਲੇ ਹੋਏ ਆ, ਸਾਰੀਆਂ ਗੱਲਾਂ ਨਾਲ ਕਰ ਰਿਹਾ। ਪਰ ਤੁਸੀਂ ਤੇ ਦੱਸੋ ਕੀ ਕੀਤਾ? ਰਾਘਵ ਜੀ ਤੁਸੀਂ ਕਿੰਨੀਆਂ ਰੈਲੀਆਂ ਕਿਸਾਨਾਂ ਦੇ ਹੱਕ 'ਚ ਕੀਤੀਆਂ? ਇੱਕ ਟੋਕਨਿਜ਼ਮ ਜ਼ਰੂਰ ਕੀਤਾ ਕਿ ਐਵੇਂ ਲੋਕ ਕਹਿਣ ਨਾ ਕਿ ਕੁਝ ਵੀ ਨਹੀਂ ਕੀਤਾ। ਜਾਂ ਤੁਸੀਂ ਉਹ ਡਰਾਮਾ ਜਿਹੜਾ ਕੇਜਰੀਵਾਲ ਨੇ ਅਸੈਂਬਲੀ 'ਚ ਪਾੜ ਤੇ ਆਪਣੇ ਸਾਰੇ ਲੈ ਕੇ ਪਹਿਲਾਂ ਨੋਟੀਫਾਈ ਕਰਤੇ, ਫਿਰ ਜਦੋਂ ਦੇਖਿਆ ਕਿ ਕਿਸਾਨ ਬਾਰਡਰ ਤੇ ਆ ਕੇ ਬਹਿ ਗਏ ਆ ਤੇ ਫਿਰ ਤੁਸੀਂ ਰਾਜਨੀਤਿਕ ਲਾਹਾ ਲੈਣ ਲਈ ਉਹ ਬਿਲਕੁਲ ਜੀ ਕਿ ਇਸ ਸਭ ਦਾ ਮਸਲਾ ਹੱਲ ਕਰਨ ਦੀ ਬਜਾਏ, ਕਿਉਂਕਿ ਜੋ ਕਿਸਾਨਾਂ ਦੀ ਹਾਲਤ ਬਣੀ ਹੋਈ ਹੈ ਮੌਜੂਦਾ ਹਾਲਾਤਾਂ ਵਿੱਚ, ਇਸ ਸਭ ਨੂੰ ਹੱਲ ਕਰਨ ਦੀ ਬਜਾਏ ਅਸੀਂ ਇੱਕ ਦੂਸਰੇ ਤੇ ਇਲਜ਼ਾਮ ਲਗਾ ਰਹੇ ਹਾਂ ਤੇ ਰਾਜਨੀਤੀ ਗਰਮਾ ਰਹੇ ਹਾਂ। ਬਿਲਕੁਲ ਰੋਮਨ, ਸਾਡੀ ਇਹ ਅਜੇ ਵੀ ਕੇਜਰੀਵਾਲ ਨੂੰ ਅਪੀਲ ਆ ਕਿ ਉਹ ਦਿੱਲੀ 'ਚ ਬੈਠੇ ਆ, ਦਿੱਲੀ ਦੇ ਚੀਫ ਮਿਨਿਸਟਰ ਆ, ਦਿੱਲੀ ਨੂੰ ਘੇਰੀ ਬੈਠੇ ਆ ਸਾਰੇ ਕਿਸਾਨ। ਉਹ ਜੇ ਨਹੀਂ ਵੀ ਤੁਹਾਨੂੰ ਸਟੇਜ ਤੇ ਆਉਣ ਦਿੰਦੇ, ਉਹ ਨਹੀਂ ਆਉਣ ਦੇਣਗੇ, ਉਹ ਕਿਸੇ ਨੂੰ ਵੀ ਨਹੀਂ ਆਉਣ ਦਿੰਦੇ, ਨਾ ਬਿੱਟੂ ਨੂੰ ਆਉਣ ਦੇਣਗੇ, ਨਾ ਤੁਹਾਨੂੰ ਆਉਣ ਦੇਣਗੇ। ਜੇ ਤੁਸੀਂ ਕੁਛ ਉਹਨਾਂ ਦੀ ਸਹੀ ਮਾਅਨਿਆਂ 'ਚ ਮਦਦ ਕਰਨਾ ਚਾਹੁੰਦੇ ਆ ਔਰ ਕੈਪਟਨ ਨੂੰ ਨੀਵਾਂ ਦਿਖਾਉਣਾ ਚਾਹੁੰਦੇ ਆ, ਤਾਂ ਇਹ ਲਾਜ਼ਮੀ ਆ ਕਿ ਵੱਡੇ ਪੱਧਰ ਤੇ ਤੁਸੀਂ ਉੱਥੇ ਪ੍ਰੋਟੈਸਟ ਕਰੋ, ਮੋਦੀ ਜੀ ਦੀ ਨੱਕ 'ਚ ਦਮ ਕਰ ਦਿਓ। ਉੱਥੇ ਤੁਹਾਨੂੰ ਪਾਰਲੀਮੈਂਟ ਘੇਰਨ ਦਾ ਐਲਾਨ ਕਰਨਾ ਚਾਹੀਦਾ ਹੈ, ਜਿਵੇਂ ਕਿਸਾਨਾਂ ਨੇ ਕੀਤਾ ਕਿ ਅਸੀਂ 1 ਤਰੀਕ ਨੂੰ ਉਧਰ ਨੂੰ ਕਿਸਾਨ ਮਾਰਚ ਜਿਹੜਾ ਆ ਪਾਰਲੀਮੈਂਟ ਦੇ ਸੈਸ਼ਨ ਵਾਲਾ 29 ਤਰੀਕ ਨੂੰ ਜਿਹੜਾ ਸ਼ੁਰੂ ਹੋਣਾ ਸੈਸ਼ਨ, ਅਸੀਂ ਉਧਰ ਨੂੰ ਮਾਰਚ ਕਰਾਂਗੇ। ਇਹਨਾਂ ਦੀ ਕੀ ਪਲਾਨ ਹੈਗਾ? ਕੀ ਭਰੋਸਾ ਦਿੱਤਾ? ਹੁਣ ਲੋਕ ਤੇ ਇਹੀ ਸਮਝਣਗੇ ਕਿ ਮੋਦੀ ਤੇ ਔਰ ਕੇਜਰੀਵਾਲ ਜੀ ਆਮ ਆਦਮੀ ਪਾਰਟੀ ਮਿਲ ਕੇ ਚੱਲ ਰਹੇ ਆ ਔਰ ਤਾਂ ਕਰਕੇ ਉਸ ਮਿਲੀ ਭੁਗਤ ਦੇ ਵਿੱਚ ਉਹ ਕੈਪਟਨ ਦੇ ਉੱਤੇ ਹਮਲਾ ਕਰ ਰਿਹਾ, ਕਿਉਂਕਿ ਕਾਂਗਰਸ ਨੈਸ਼ਨਲ ਲੈਵਲ ਦੇ ਉੱਤੇ ਇੱਕ ਸਾਂਝੀ ਮੋਦੀ ਜੀ ਦੀ ਮੁੱਖ ਵਿਰੋਧੀ ਪਾਰਟੀ ਆ। ਰਾਹੁਲ ਵੀ ਲਗਾਤਾਰ ਮੋਦੀ ਜੀ ਤੇ ਹਮਲਾ ਕਰ ਰਿਹਾ ਤੇ ਉਹਦਾ ਬਦਲਾ ਲੈਣ ਲਈ ਨਾਲ ਰਾਘਵ ਹੋਣਾ ਨੂੰ ਲੈ ਕੇ ਇਸ ਕਿਸਮ ਦੇ ਹਮਲੇ ਕੀਤੇ ਜਾ ਰਹੇ। ਅਫਸੋਸ ਦੀ ਗੱਲ ਹੈ। ਮੈਂ ਤੇ ਜਿਵੇਂ ਕੈਪਟਨ ਸਾਹਿਬ ਨੂੰ ਕਹਿਣਾ ਕਿ ਉਹਨਾਂ ਨੂੰ ਕੋਈ ਜਵਾਬ ਰੋਜ਼-ਰੋਜ਼ ਨਹੀਂ ਦੇਣਾ ਚਾਹੀਦਾ, ਇੰਨਾ ਥੱਲੇ ਨਹੀਂ ਲਿਆਉਣਾ ਚਾਹੀਦਾ। ਇਸੇ ਤਰੀਕੇ ਦੇ ਨਾਲ ਰਾਘਵ ਹੋਣਾ ਨੂੰ ਕੈਪਟਨ ਨੂੰ ਨਿਸ਼ਾਨਾ ਬਣਾਉਣ ਲਈ ਉਹ ਬਣਾਉਂਦੇ ਰਹਿਣ। ਜਦੋਂ ਇਲੈਕਸ਼ਨ ਆਉਣਗੀਆਂ, ਅਜੇ ਦੂਰ ਆ 2022 ਦੇ ਵਿੱਚ, ਉਦੋਂ ਪਹਿਲਾਂ ਤੁਸੀਂ ਕਿਸਾਨਾਂ ਦੀ ਅਸਲ ਮਾਅਨਿਆਂ ਦੇ ਵਿੱਚ ਉੱਥੇ ਲਾਰਜ ਸਕੇਲ ਲੋਕਾਂ ਦੀ ਮੋਬਿਲਾਈਜੇਸ਼ਨ ਕਰਕੇ ਕੀ ਮੋਦੀ ਤੇ ਦਿੱਲੀ ਦੇ ਅੰਦਰ ਦਬਾਅ ਪਾ ਕੇ ਕਿਸਾਨਾਂ ਦੀ ਮਦਦ ਕਰ ਸਕਦੇ ਹੋ, ਉਹ ਕਰਕੇ ਦੱਸੋ ਤੇ ਅਸੀਂ ਬਿਲਕੁਲ ਤੁਹਾਡੇ ਉਹਨਾਂ ਗੱਲਾਂ ਦੇ ਨਾਲ ਖੜੇ ਹੋਵਾਂਗੇ, ਤਾਂ ਹੀ ਸਾਨੂੰ ਭਰੋਸਾ ਆਊਗਾ। ਸੋ ਪ੍ਰੋਫੈਸਰ ਸਾਹਿਬ, ਇਸ ਦੇ ਨਾਲ ਵੇਲਾ ਚੁਲਿਆ ਪ੍ਰੋਗਰਾਮ ਦੀ ਸਮਾਪਤੀ ਵੱਲ ਤੁਹਾਡੇ ਤੋਂ ਇਜਾਜ਼ਤ ਚਾਹਾਂਗੇ। ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਧੰਨਵਾਦ ਰੋਮਨ, ਤੁਹਾਡੀ ਟੀਮ ਦਾ ਔਰ ਸਾਡੇ ਸਰੋਤਿਆਂ ਦਾ ਬਹੁਤ-ਬਹੁਤ ਸ਼ੁਕਰੀਆ। ਦਰਸ਼ਕੋ, ਤੁਸੀਂ ਦੇਖ ਰਹੇ ਸੀ ਪ੍ਰੋਗਰਾਮ ਸਿੱਧੀ ਗੱਲ। ਕੱਲ ਫਿਰ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ। ਧੰਨਵਾਦ।